ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ। ਸਭ ਗੁਣ ਤੇਰੇ ਮੈਂ ਨਾਹੀ ਕੋਇ ਬਿਨ ਗੁਣ ਕੀਤੇ ਭਗਤ ਨਾ ਹੋਏ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਵਾਰ ਧੰਨਵਾਦ ਹੈ, ਸ਼ੁਕਰ ਹੈ। ਸੇਵਾ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਅੰਮ੍ਰਿਤਮਈ ਗੁਰਬਾਣੀ ਸੇਵਾ ਸਿਮਰਨ ਅਗਾਧ ਬੋਧ ਬਚਨਾਂ ਦੇ ਵਿਚਾਰ ਮਹਾਰਾਜ ਨੇ ਸਾਨੂੰ ਪੜ੍ਹਨ ਨੂੰ, ਸੁਣਨ ਨੂੰ, ਵਿਚਾਰਨ ਨੂੰ ਬਖਸ਼ਿਸ਼ ਕੀਤੀ ਹੈ। ਜੋ ਵੀ ਸਮੂਹ ਮਾਈ ਭਾਈ ਆਪ ਜੀ ਸਮੇਂ ਦਾ ਲਾਹਾ ਲੈਂਦੇ ਹੋਏ ਗੁਰੂ ਚਰਨਾਂ 'ਚ ਵਿਰਾਜ ਰਹੇ ਹੋ, ਹਾਜ਼ਰੀਆਂ ਭਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ, ਵੱਡਿਆਂ ਕਰਮਾਂ ਵਾਲੇ ਹੋ। ਸੁਆਓ ਗੁਰੂ ਸਿੱਖ ਪਿਆਰਿਓ, ਜਿਤਨਾ ਕੁ ਸਮਾਂ ਸਤਿਗੁਰ ਬਖਸ਼ਦੇ ਨੇ ਆਪੋ ਆਪਣੀਆਂ ਮਨ ਬਿਰਤੀਆਂ ਕਾਗਰ ਕਰਕੇ ਗੁਰੂ ਚਰਨਾਂ 'ਚ ਜੁੜੀਏ। ਲੜੀਵਾਰ ਕਥਾ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੋਈ ਹੈ। ਆਓ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ 'ਚ ਭਾਈ ਜੁੜਨਾ ਕਰੀਏ। ਗੁਰੂ ਸਾਹਿਬ ਜੀ ਦੇ ਅੰਮ੍ਰਿਤਮਈ ਉਪਦੇਸ਼ ਨੂੰ, ਜੋ ਰੂਹ ਦੀ ਖੁਰਾਕ ਹੈ, ਅਧਿਆਤਮਿਕ ਗਿਆਨ, ਧੁਰ ਕੀ ਬਾਣੀ ਦੀ ਵਿਚਾਰ ਹਿਰਦੇ ਵਸਾਉਣ ਦਾ ਯਤਨ ਕਰੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰ ਦੇ ਨਾਨਕ ਦੇਵ ਮਹਾਰਾਜ ਜੀ ਪਾਤਸ਼ਾਹ ਸ਼੍ਰੀ ਰਾਗ ਦੇ ਵਿੱਚ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਬਚਨ ਬਖਸ਼ਦੇ ਨੇ। ਮੰਗਲਾ ਚਰਦਨ ਕਰਦੇ ਹਨ, ਮੰਗਲਾ ਕਰਦੇ ਨੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਤੀਜੇ ਘਰ ਦੇ ਵਿੱਚ ਰਾਗ ਸ਼੍ਰੀ ਰਾਗ ਦੇ ਵਿੱਚ ਮਹਾਰਾਜ ਬਚਨ ਬਖਸ਼ ਰਹੇ ਨੇ। ਇਹ ਸ਼ਬਦ ਜਿਹੜਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਗੁਰੂ ਗਰੀਬ ਨਿਵਾਜ ਜਾਗਦੀ ਜੋਤ ਕਿਸ ਸਮੇਂ ਇਸ ਸ਼ਬਦ ਦਾ ਉਚਾਰਨਾ ਕੀਤਾ, ਇਸ ਸ਼ਬਦ ਦੀ ਉਥਾਨਕ ਕੀ ਹੈ। ਗਰੀਬ ਨਿਵਾਜ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬਾਹਰ ਦੇਸ਼ ਦੇ ਵਿੱਚ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੇ ਨਾਲ ਵਿਚਰ ਰਹੇ ਸਨ। ਬਾਹਰ ਦੇਸ਼ ਦੇ ਇਲਾਕੇ ਵਿੱਚ ਵਿਚਰਦਿਆਂ ਹੋਇਆਂ ਗੁਰੂ ਸਾਹਿਬ ਜੀ ਇੱਕ ਜਗ੍ਹਾ ਤੇ ਬਿਰਾਜਮਾਨ ਸਨ। ਗੁਰੂ ਸਾਹਿਬ ਜੀ ਦੇ ਸਨਮੁਖ ਸਿੱਖ ਸੰਗਤਾਂ ਬੈਠੀਆਂ ਨੇ। ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਕਹਿੰਦੇ ਸੱਚੇ ਪਾਤਸ਼ਾਹ ਜੀ, ਅੱਗੇ ਇੱਕ ਥਾਂ ਤੇ ਲੁੱਡੀ ਪੈ ਰਹੀ ਹੈ। ਜਿਵੇਂ ਨੱਚਣ ਟੱਪਣ ਵਾਲੇ ਲੁੱਡੀ ਪਾਉਂਦੇ ਆ, ਜੇ ਆਪ ਜੀ ਦੀ ਆਗਿਆ ਹੋਵੇ ਅਸੀਂ ਵੀ ਵੇਖ ਆਈਏ। ਨਾਚ ਗਾਣੇ ਹੋ ਰਹੇ ਨੇ, ਲੁੱਡੀ ਪੈ ਰਹੀ ਹੈ, ਖੇਡਾਂ ਹੋ ਰਹੀਆਂ ਨੇ, ਤੁਸੀਂ ਕਿਰਪਾ ਕਰੋ ਸਾਨੂੰ ਆਗਿਆ ਦੇਵੋ, ਅਸੀਂ ਵੀ ਦੇਖ ਆਉਂਦੇ ਹਾਂ। ਸਤਿਗੁਰ ਆਖਣ ਲੱਗੇ, ਕਹਿੰਦੇ ਭਾਈ ਉੱਥੇ ਜਾ ਕੇ ਤੁਸੀਂ ਕੀ ਵੇਖਣਾ ਹੈ? ਉੱਥੇ ਤਾਂ ਦੁਨਿਆਵੀ ਰੰਗ ਢੰਗ ਦਾ ਮਨ ਪਰਚਾਵਾ ਹੈ। ਕਲਯੁਗ ਹੈ, ਲੋਕ ਮਨ ਪਰਚਾਵਿਆਂ ਦੇ ਖੇਡ ਖੇਡਦੇ ਨੇ, ਵੇਖਦੇ ਆ। ਅਸੀਂ ਤੁਹਾਨੂੰ ਉਹ ਲੁੱਡੀ ਵਿਖਾਉਨੇ ਆ ਜੋ ਕਰਤਾਰ ਵੱਲੋਂ ਪੈ ਰਹੀ ਆ। ਲੁੱਡੀ ਕਹੀਏ ਖੁਸ਼ੀ ਦੇ ਵਿੱਚ ਨੱਚਣਾ ਟੱਪਣਾ ਗਾਉਣਾ, ਗੋਲਾਕਾਰ ਬੰਨ ਕੇ ਧਮਾਲ ਪਾਉਣਾ, ਉਹਨੂੰ ਲੁੱਡੀ ਕਹਿੰਦੇ ਨੇ। ਸ੍ਰੀ ਹਜ਼ੂਰ ਸਾਹਿਬ ਵੱਲ ਮਰਹੱਟੇ ਲੋਕ ਖੁਸ਼ੀ ਦੇ ਵਿੱਚ ਕੁੱਦਣ ਨੂੰ ਲੁੱਡੀ ਕਹਿੰਦੇ ਹਨ। ਇਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਤੇ ਹੋਰ ਸਿੱਖ ਸੰਗਤਾਂ ਨੂੰ ਸੰਬੋਧਨ ਕਰਦੇ ਨੇ ਕਿ ਭਾਈ ਪ੍ਰਮਾਤਮਾ ਵਾਹਿਗੁਰੂ ਦੀ ਐਸੀ ਸੋਹਣੀ ਖੇਲ ਹੈ, ਤੁਸੀਂ ਸਾਰੇ ਆਪਣੇ ਚਿੱਤ ਨੂੰ ਇਕਾਗਰ ਕਰਕੇ ਸੁਣਨਾ ਕਰੋ। ਤੁਸੀਂ ਹੋਰ ਲੁੱਡੀਆਂ ਵੇਖ ਕੇ ਕੀ ਕਰਨਾ ਹੈ? ਜੋ ਪਰਮੇਸ਼ਰ ਸੰਸਾਰ ਦੀ ਲੁੱਡੀ ਪਾ ਰਿਹਾ ਹੈ, ਉਹਨੂੰ ਇਸ ਸ਼ਬਦ ਦੇ ਵਿੱਚ ਕਥਨ ਕਰਕੇ ਗੁਰੂ ਸਾਹਿਬ ਜੀ ਪਹਿਲਾਂ ਮੰਗਲਾ ਕਰਦੇ ਆ, ਉਪਦੇਸ਼ ਬਖਸ਼ਿਸ਼ ਕਰਦੇ ਨੇ। ਇੱਕ ਕਹੀਏ ਅਦੁੱਤੀ, ਇੱਕ ਏਕਾ, ਸ਼ਬਦਾਂ ਦੇ ਨਹੀਂ, ਇੱਕ ਗਿਣਤੀ ਦਾ ਏਕਾ। ਇੱਕ ਕਹੀਏ ਅਦੁੱਤੀ, ਉਹ ਕਹੀਏ ਸਾਰਿਆਂ ਦਾ ਪ੍ਰਕਾਸ਼ਕ ਜੋ ਸਭ ਦੇ ਵਿੱਚ ਰਮੇ ਹੈ, ਸਭ ਨੂੰ ਪ੍ਰਕਾਸ਼ਕ ਦੇ ਰਿਹਾ। ਸਤ ਕਹੀਏ ਕਾਲ ਤੋਂ ਰਹਿਤ, ਗੁਰੂ ਕਹੀਏ ਚੇਤਨ ਸਰੂਪ, ਪ੍ਰਸਾਦ ਕਹੀਏ ਆਨੰਦ ਸਰੂਪ ਵਾਹਿਗੁਰੂ ਹੈ। ਇਹ ਸ਼ਬਦ ਸ਼੍ਰੀ ਰਾਗ ਦੇ ਵਿੱਚ ਘਰ ਤੀਜੇ ਦੇ ਭਾਵ ਰਾਗ ਦੇ ਤੀਸਰੇ ਸੁਰਤਾਲ ਵਿੱਚ ਗੁਰੂ ਸਾਹਿਬ ਜੀ ਪ੍ਰਮਾਤਮਾ ਦੇ ਸਨਮੁਖ ਬਿਰਤੀ ਕਰ ਉਚਾਰਨ ਕਰਦੇ ਹਨ। ਸੰਸਕ੍ਰਿਤੀ ਪੁਸਤਕ ਦੇ ਵਿੱਚ ਰਾਗ ਦੇ ਸੁਰਤਾਲ ਨੂੰ ਧਾਮ ਵੀ ਕਹਿੰਦੇ ਨੇ। ਪਾਤਸ਼ਾਹ ਜੀ ਨੇ
ਘਰ ਸ਼ਬਦ ਸੁਧ ਸਮਝ ਕੇ ਪੰਜਾਬੀ ਬੋਲੀ ਵਿੱਚ ਧਾਮਾਂ ਦੀ ਥਾਂ ਘਰ ਰੱਖਣਾ ਕੀਤਾ। ਇਸ ਤਰ੍ਹਾਂ ਮਹਾਰਾਜ ਜੀ ਪਾਤਸ਼ਾਹ ਜੀ ਨੇ ਇਹ 17 ਘਰਾਂ ਵਿੱਚ ਗਾਉਣਾ ਕੀਤਾ ਹੈ। ਗੁਰਬਾਣੀ ਜਿਹੜੀ ਹੈ, ਗੁਰਬਾਣੀ ਦੇ ਵਿੱਚ 17 ਘਰ ਆਏ ਨੇ। ਜਿਹੜਾ ਰਾਗਾਂ ਦਾ ਗਿਆਤਾ ਨਾ, ਰਾਗਾਂ ਦਾ ਗਿਆਨੀ ਹੈ, ਜਿਹਨੂੰ ਪਤਾ ਵੀ ਰਾਗ ਕੀ ਨੇ, ਸੁਰਤਾਲ, ਉਹਨੂੰ ਪਤਾ ਹੋਏਗਾ ਰਾਗਾਂ ਦੇ ਘਰ ਕੀ ਨੇ। ਸੋ ਆਪਣੀ ਵਿਚਾਰ ਤੇ ਮਹਾਰਾਜ ਕਹਿੰਦੇ ਆ, ਜੋ ਪ੍ਰਮਾਤਮਾ ਖੇਡ ਪਾ ਰਿਹਾ, ਖੇਲ ਪਾ ਰਿਹਾ, ਜੋ ਲੁੱਡੀ ਪਾ ਰਿਹਾ, ਉਹ ਸੁਣ ਲਓ। ਆਹ ਦੁਨਿਆਵੀ ਲੁੱਡੀਆਂ ਦਾ ਕੀ ਹੈ? ਇਹ ਤਾਂ ਨਾਸ਼ਵੰਤ ਨੇ, ਇਹ ਤਾਂ ਕਲਯੁਗੀ ਜੀਵ ਪਾ ਰਹੇ ਨੇ। ਤੁਹਾਨੂੰ ਅਸੀਂ ਉਸ ਲੁੱਡੀ ਬਾਰੇ ਦੱਸਦੇ ਆ, ਉਸ ਖੇਡ ਬਾਰੇ ਦੱਸਦੇ ਆ ਜੋ ਪਰਮੇਸ਼ਰ ਪਾਉਂਦਾ। ਮਹਾਰਾਜ ਕਹਿੰਦੇ ਨੇ, ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ। ਜੋਗੀ ਕਹੀਏ ਜੀ, ਇਹ ਭੋਗੀਆਂ, ਇਹ ਪੰਗਤੀ ਜਿਹੜੀ ਹੈ ਭੋਗੀਆਂ ਤੇ ਪੂਰੀ ਹੁੰਦੀ ਹੈ। ਸਾਲ ਦੇ ਵਿੱਚ ਸੰਚੀਆਂ ਤੇ ਪਾਠ ਦਰਪਣ ਵਿੱਚ ਵੀ ਇਹ ਭੋਗੀਆਂ ਤੇ ਪੰਗਤੀ ਪੂਰੀ ਹੋਈ ਲਿਖੀ ਹੈ। ਜੋਗੀਆਂ ਤੇ ਕੇਵਲ ਵਿਸ਼ਰਾਮ ਹੈ। ਉਹ ਕਹਿੰਦੇ, ਐ ਪ੍ਰਮਾਤਮਾ ਤੂੰ ਜੋਗੀ ਕਹੀਏ, ਜੋਗ ਅਭਿਆਸੀ ਜਿਹੜੇ ਨੇ, ਜੋਗ ਅਭਿਆਸੀ ਆਤਮਾ ਦੇ ਵਿੱਚ ਜੁੜੇ ਹੋਏ ਪੁਰਸ਼ਾਂ ਅੰਦਰ ਜੋਗੀ ਰੂਪ ਹੋ ਕਰਕੇ ਵਿਰਾਜਮਾਨ ਹੋ ਰਹੇ ਹੈ। ਮਾਇਆ ਦੇ ਭੋਗੀ ਭੋਗਣ ਵਾਲਿਆਂ ਦੇ ਅੰਦਰ ਵੀ ਤੂੰ ਹੀ ਪਦਾਰਥ ਭੋਗੀਆ ਕਹੀਏ ਭੋਗ ਰਿਹਾ। ਇਸ ਪ੍ਰਕਾਰ ਐ ਮਾਲਕ, ਤੂੰ ਸਾਰਿਆਂ ਵਿੱਚ ਸਰੂਪ ਹੋ ਕਰਕੇ ਵਰਤ ਰਿਹਾ ਹੈ। ਅਬ ਜੋਗੀਆਂ ਨੇ ਜੁੜਨਾ ਹੈ, ਜੋ ਜੁੜਨਾ ਹੈ ਜੋਗੀਆ, ਭਾਵ ਚਿੱਤ ਦੀ ਇਕਾਗਰਤਾ ਹੋਣੀ ਹੈ, ਜਿਸ ਨੂੰ ਪਤੰਜਲੀ ਨੇ ਜੋਗ ਦੱਸਿਆ। ਧਰਮ ਸ਼ਾਸਤਰ ਕਹਿੰਦਾ ਹੈ ਕਿ ਜੋਗ ਆਸ ਚਿੱਤ ਬਿਰਤੀ ਨਿਰੁੱਧਾ। ਇਸ ਪ੍ਰਕਾਰ ਚਿੱਤ ਦੀਆਂ ਬਿਰਤੀਆਂ ਰੋਕ ਲੈਣਾ ਯੋਗ ਹੈ। ਇਹ 5 ਪ੍ਰਕਾਰ ਦੀਆਂ ਬਿਰਤੀਆਂ ਮੰਨੀਆਂ ਨੇ। ਪ੍ਰਮਾਣ ਦਿਸਣ ਵਾਲੀਆਂ ਚੀਜ਼ਾਂ ਵਿੱਚ ਪਰਚੇ ਰਹਿਣਾ, ਵਿਪਰਜੇ ਆਪਣਾ ਸੁਭਾਅ ਉਲਟਾ ਬਣਾਈ ਰੱਖਣਾ, ਨਿੰਦਰਾ ਕਹੀਏ ਨੀਂਦ ਆ ਜਾਣੀ, ਸਿਮਰਤੀ ਕਹੀਏ ਪਿਛਲੀਆਂ ਇਹ ਸਾਰੀਆਂ ਜੋ ਗੱਲਾਂ ਨੇ ਚੇਤੇ ਰੱਖਣੀਆਂ, ਕਰਦੇ ਰਹਿਣਾ, ਵਿਕਲਪ ਕਹੀਏ ਕਮਾਈ ਥੋੜ੍ਹੀ ਹੋਣੀ, ਫਲ ਦੀ ਇੱਛਾ ਜ਼ਿਆਦਾ ਕਰਨੀ, ਇਹ ਸਾਰੀਆਂ ਚਿੱਤ ਦੀਆਂ ਬਿਰਤੀਆਂ ਨੇ। ਇਸ ਤਰ੍ਹਾਂ ਦੀਆਂ ਬਿਰਤੀਆਂ ਨੂੰ ਰੋਕ ਲੈਣ ਨੂੰ ਪਤੰਜਲੀ ਨੇ ਯੋਗ ਮੰਨਿਆ। ਜੋ ਜੀਵ ਆਤਮਾ ਨੂੰ ਪਰਮਾਤਮਾ ਵਿੱਚ ਜੋੜਨਾ ਹੈ, ਉਹ ਯੋਗ ਹੈ। ਤਤਵੇ ਤੇ ਮਹਾਂਪੁਰਸ਼ਾਂ ਨੇ ਵੀ ਚਿੱਤ ਦੀਆਂ ਬਿਰਤੀਆਂ ਨੂੰ ਸੰਸਾਰ ਵੱਲੋਂ ਮੇਟ ਕੇ ਬ੍ਰਹਮਾਕਾਰ ਕਰਕੇ ਵਾਹਿਗੁਰੂ ਦੇ ਵਿੱਚ ਜੋੜਨ ਨੂੰ ਯੋਗ ਮੰਨਿਆ। ਯੋਗ ਇੱਕ ਮੰਤਰ ਵੀ ਹੈ। ਜਿੱਥੇ ਮੰਤਰ ਵਿੱਚ ਚਿੱਤ ਨੂੰ ਜੋੜਨਾ ਹੈ, ਲੈ ਯੋਗ ਕੀਏ ਜੋ ਸੁੱਤੇ ਹੀ ਬਿਰਤੀਆਂ ਨਾਲ ਜੁੜੇ ਰਹਿਣਾ। ਜਿਵੇਂ ਕੋਈ ਵੀ ਫੁਰਨਾ ਹੀ ਨਾ ਰਹੇ, ਐਸੀ ਅਵਸਥਾ ਕਿਸੇ ਤੱਤ ਤੇ ਅਵਤਾਰਾਂ ਮਹਾਂਪੁਰਸ਼ਾਂ ਦੀ ਹੁੰਦੀ ਹੈ, ਜਿਨ੍ਹਾਂ ਅੰਦਰ ਲੈ ਯੋਗ ਹੁੰਦਾ ਹੈ। ਲੈ ਯੋਗ ਨੂੰ ਹਠ ਯੋਗ ਵੀ ਮੰਨਿਆ। ਹਵਨ ਭਾਵ ਗਰਮੀ ਦੀ ਕਿਰਿਆ ਭਾਵ ਸੂਰਜ ਦੀ ਸੁਰ ਪਿੰਗਲਾ ਦੁਆਰਾ, ਠੰਡ ਭਾਵ ਚੰਦਰਮਾ ਦੀਆਂ ਸੁਰ ਏੜਾ ਦੁਆਰਾ ਪ੍ਰਾਣਾਂ ਨੂੰ ਚੜਾਉਣਾ, ਇਸ ਹਠ ਯੋਗ ਮੰਨਿਆ ਗਿਆ। ਇਹ ਸਾਰੇ ਹਠ ਯੋਗ, ਮੰਤਰ ਯੋਗ, ਲੈ ਯੋਗ ਦੇ ਨਿਰਣੇ ਹਨ ਕਿ ਜੋਗੀ ਜਨਾਂ ਨੇ ਕਥਨ ਕੀਤੇ। ਸੱਚੇ ਪਾਤਸ਼ਾਹ ਜੀ, ਤੂੰ ਉਹਨਾਂ ਜੋਗੀਆਂ ਦੇ ਅੰਦਰ ਜੁੜਿਆ ਹੋਇਆ, ਆਪ ਹੀ ਉਹਨਾਂ ਦੀ ਬਿਰਤੀ ਨੂੰ ਜੋੜ ਕੇ ਜੋਗੀ ਰੂਪ ਹੋ ਕੇ ਜੁੜਿਆ ਹੋਇਆ।
ਇਹ ਬ੍ਰਹਮ ਸਰੂਪ ਮਾਲਕ ਉਹ ਆਨੰਦ ਸਰੂਪ ਲਈ ਬਿਰਤੀ ਦਾ ਜੋ ਨਿਰੋਧ